ਇਹ ਮੌਸਮ ਸਪੈਸ਼ਲੀ ਐਲਰਜੀ ਦਾ ਮੌਸਮ ਹੈ ਜਿਹਦੇ ਵਿੱਚ ਲੋਕਾਂ ਨੂੰ ਚਮੜੀ ਦੀ ਐਲਰਜੀ ਹੁੰਦੀ ਹੈ। ਚਮੜੀ ਯਾਨੀ ਕਿ ਖੁਸ਼ਕੀ ਕਰਕੇ, ਕਿਉਂਕਿ ਖੁਸ਼ਕੀ ਵੱਧ ਜਾਂਦੀ ਹੈ। ਜੇ ਐਲਰਜੀ ਦੀ ਗੱਲ ਕਰੀਏ ਤੇ ਬਦਾਮ ਤੇ ਅਖਰੋਟ ਤੋਂ ਬਹੁਤ ਲੋਕਾਂ ਨੂੰ ਐਲਰਜੀ ਹੈ। ਸੋਇਆ ਬੀਨ ਤੋਂ ਬਹੁਤ ਐਲਰਜੀ ਹੁੰਦੀ ਲੋਕਾਂ ਨੂੰ, ਮੂੰਗਫਲੀ ਤੋਂ ਬਹੁਤ ਹੁੰਦੀ ਹੈ, ਫਿਸ਼ ਉਹਦੇ ਨਾਲ ਹੁੰਦੀ ਹੈ, ਕਈਆਂ ਨੂੰ ਐਗ ਜਿਹੜਾ ਅੰਡਾ ਹੈ ਦੇਸੀ ਅੰਡੇ ਨਾਲ ਬਹੁਤ ਹੁੰਦੀ ਹੈ। ਸਭ ਤੋਂ ਵਧੀਆ ਐਲਰਜੀ ਤੋਂ ਬਚਣ ਦਾ ਉਪਾਅ ਕੀ ਹੈ? ਨੱਕ ਵਿੱਚ ਸਿਰ ਉੱਠ ਕੇ ਦੇਸੀ ਘਾਹ ਦੀਆਂ, ਦੇਸੀ ਘਿਓ ਦੀਆਂ 2-2 ਬੂੰਦਾਂ ਪਾ ਲਓ। ਕਿਉਂਕਿ ਕੋਈ ਵੀ ਐਲਰਜੀ ਜਿਹੜੀ ਆ ਡਸਟ ਆ, ਘੱਟਾ ਮਿੱਟੀ ਆ ਜਾਂ ਕੋਈ ਵੀ ਤੂੜੀ ਵਗੈਰਾ ਸਾਰੇ ਨੇ ਨੱਕ ਦੇ ਥਰੂ ਹੀ ਜਾਣਾ ਫੇਫੜਿਆਂ 'ਚ। ਆ ਦੇਖੋ ਹੁਣ ਮੈਂ ਤੁਹਾਨੂੰ ਇਹ ਯੋਗ ਸਿਖਾਵਾਂਗਾ ਜਿਹਦੇ ਨਾਲ ਤੁਹਾਡੀ ਫੇਫੜੇ, ਜ਼ੁਕਾਮ ਦੀ ਪ੍ਰੋਬਲਮ ਤੇ ਚਮੜੀ ਦੀ ਪ੍ਰੋਬਲਮ ਵੀ ਸੋਲਵ ਹੋਊਗੀ। ਦੇਖੋ ਇਦਾਂ ਕਰਕੇ ਫੇਫੜਿਆਂ 'ਚ ਹਵਾ ਪੂਰੀ ਤਰ੍ਹਾਂ ਭਰ ਲੈਣੀ ਹੈ, ਮਤਲਬ ਜਿੰਨੀ ਨਾਰਮਲ ਕੈਪੈਸਿਟੀ ਉਹ ਤੋਂ ਜ਼ਿਆਦਾ ਭਰਨੀ ਹੈ। ਠੀਕ ਹੈ, ਤਾਂ ਹੀ ਅਸੀਂ ਫੇਫੜਿਆਂ ਦੇ ਅੰਦਰ ਟਿਊਬਾਂ ਨੂੰ ਤਾਕਤ ਦੇਵਾਂਗੇ ਤੇ ਖੂਨ 'ਚ ਗਰਮੀ ਆਏਗੀ। ਪੂਰੇ ਫੇਫੜੇ ਫੁਲਾ ਲੈਣੇ ਜਦ ਤੱਕ ਸਾਹ ਰੋਕਣਾ ਵੀ ਹੈ। ਹਾਂ ਦੇਖੋ ਫਿਰ ਜ਼ੋਰ ਨਾਲ ਥੱਲੇ ਕੱਢਦਾ ਸਾਹ। ਅੱਜ ਕੱਲ ਇਸ ਮੌਸਮ 'ਚ ਬੱਚਿਆਂ ਨੂੰ ਛਿੱਕਾਂ ਦੀ ਪ੍ਰੋਬਲਮ ਹੈ, ਵਾਇਰਲ ਪ੍ਰੋਬਲਮ ਆਉਂਦੀ ਹੈ, ਬੁਖਾਰ ਚੜ ਜਾਂਦਾ ਬੱਚਿਆਂ 'ਚ। ਇਹ ਪ੍ਰੋਬਲਮ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅੱਜ ਕੱਲ ਦੀਵਾਲੀ ਦਾ ਮੌਸਮ ਆ, ਮਿਠਾਈਆਂ ਬਹੁਤ ਆਉਂਦੀਆਂ ਨੇ, ਨਿਆਣੇ ਜਿਹੜੇ ਨੇ ਬਾਹਰਲੀ ਮਿਠਾਈ ਖਾ ਲੈਂਦੇ ਨੇ ਜੀ ਜ਼ਿਆਦਾ। ਜਿੰਨਾ ਮਿੱਠਾ ਖਾਣਗੇ ਉਹਨਾਂ ਦੇ ਗਲੇ ਪੱਕ ਜਾਂਦੇ ਨੇ। ਇਹ ਸਪੈਸ਼ਲੀ ਚਵਨਪ੍ਰਾਸ਼ ਜਿਹੜਾ ਆ, ਇਮਿਊਨਿਟੀ ਪ੍ਰਾਸ਼ ਇਹਨੂੰ ਕਹਿੰਦੇ ਆ, ਇਹ ਸਪੈਸ਼ਲੀ ਫੇਫੜਿਆਂ ਵਾਸਤੇ ਆ। ਫੇਫੜਿਆਂ ਦੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਆ, ਨੱਕ ਦੀ ਇਮਿਊਨਿਟੀ ਨੂੰ, ਗਲੇ ਦੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਆ, ਤਾਂ ਕਿ ਆਹ ਜਿਹੜਾ ਸੰਕਰਮਣ ਹੁੰਦਾ ਹੈ, ਵਾਇਰਲ ਇਨਫੈਕਸ਼ਨਸ ਹੁੰਦੀਆਂ, ਬੈਕਟੀਰੀਅਲ ਇਨਫੈਕਸ਼ਨਸ ਹੁੰਦੀਆਂ ਜਾਂ ਐਲਰਜੀ ਹੁੰਦੀ ਹੈ, ਉਸ ਤੋਂ ਬੰਦਾ ਬਚਿਆ ਰਹਿੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਕੁਸੁਮ। ਫੈਸਟੀਵਲ ਸੀਜ਼ਨ ਚੱਲ ਰਿਹਾ ਹੈਗਾ ਔਰ ਦੀਵਾਲੀ ਆ ਰਹੀ ਹੈ ਤੇ ਨਾ ਕਰਦੇ ਹੋਏ ਵੀ ਪੋਲਿਊਸ਼ਨ ਹੋ ਹੀ ਜਾਣਾ। ਸੋ ਉਸ ਪੋਲਿਊਸ਼ਨ ਤੋਂ ਅਸੀਂ ਬਚਣਾ ਕਿਵੇਂ ਹੈ, ਬਿਮਾਰੀ ਤੋਂ ਅਸੀਂ ਕਿਵੇਂ ਦੂਰ ਰਹਿਣਾ, ਕਿਉਂਕਿ ਕਰੋਨਾ ਵੀ ਹਲੇ ਖਤਮ ਹੀ ਹੋਇਆ ਹੈ, ਹਲੇ ਪੂਰੀ ਤਰ੍ਹਾਂ ਉਹ ਵੀ ਨਹੀਂ ਹੋਇਆ। ਸੋ ਕਿੱਦਾਂ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ, ਤੇ ਖਾਸ ਕਰ ਉਹ ਲੋਕ ਜਿਨ੍ਹਾਂ ਨੂੰ ਐਲਰਜੀ ਹੈ ਪੋਲਿਊਸ਼ਨ ਤੋਂ, ਮਿੱਟੀ ਤੋਂ, ਧੂਏ ਤੋਂ, ਉਹਨਾਂ ਦਾ ਖਿਆਲ ਕਿਵੇਂ ਰੱਖਣ, ਉਹਨਾਂ ਦੇ ਘਰ ਦੇ ਜਾਓ ਖੁਦ ਵੀ, ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਜੀ ਆਰੋਗਿਅਮ ਹਸਪੀਟਲ। ਸਾਡੇ ਨਾਲ ਨੇ ਡਾਕਟਰ ਸਤਨਾਮ ਸਿੰਘ ਸਰ, ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਦੀਵਾਲੀ ਤੋਂ ਪਹਿਲਾਂ ਹਰ ਵਾਰੀ ਹੀ ਇਹ ਹੋ ਜਾਂਦਾ ਵੀ ਪੋਲਿਊਸ਼ਨ ਤਾਂ ਹੋਣਾ ਹੀ ਹੁੰਦਾ, ਪਰ ਸਾਨੂੰ ਇਹ ਵੀ ਟੈਨਸ਼ਨ ਹੋ ਜਾਂਦੀ ਹੈ ਵੀ ਪੋਲਿਊਸ਼ਨ ਤੋਂ ਅਸੀਂ ਖੁਦ ਜਾਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ। ਸੋ ਇਸ ਦੌਰਾਨ ਕਿਹੜੀਆਂ ਜਿਹੜੀਆਂ ਐਲਰਜੀਜ਼ ਆ ਉਹ ਹੋ ਸਕਦੀਆਂ? ਦੇਖੋ 3 ਫੈਕਟਰ ਇਕੱਠੇ ਹੋ ਗਏ ਹੁਣ, ਕਿਉਂਕਿ ਇੱਕ ਤਾਂ ਝੋਨੇ ਦੀ ਵਾਢੀ ਜੀ, ਪਰਾਲੀ ਸਾੜਨਾ, ਦੂਜਾ ਦੀਵਾਲੀ, ਤੀਜਾ ਦੀਵਾਲੀ ਦਾ ਪੋਲਿਊਸ਼ਨ ਬਹੁਤ ਹੁੰਦਾ, ਪਟਾਕੇ ਚਲਾਉਣੇ ਲੋਕ ਸ਼ੁਰੂ ਹੋ ਜਾਂਦੇ ਨੇ, ਤੀਜਾ ਠੰਡ ਆ ਰਹੀ ਹੈ, ਠੰਡ ਇੱਕਦਮ ਮੌਸਮ ਬਦਲ ਰਿਹਾ। ਸੋ ਤਿੰਨੋਂ ਚੀਜ਼ਾਂ ਮਿਲ ਕੇ ਜਿਹੜੀ ਆ ਸਾਨੂੰ ਅੱਜ ਕੱਲ ਬੁਖਾਰ ਹੋ ਸਕਦਾ, ਜ਼ੁਕਾਮ ਹੋ ਸਕਦਾ, ਛਿੱਕਾਂ ਬਹੁਤ ਆ ਸਕਦੀਆਂ ਨੇ, ਇਹੋ ਜਿਹੇ ਰੋਗ, ਛਾਤੀ ਇਫੈਕਟ ਹੋ ਸਕਦੀ ਹੈ। ਪਿੰਡਾਂ 'ਚ ਤੂੜੀ ਉੜ ਰਹੀ ਹੁੰਦੀ ਹੈ ਤੇ ਉਹਦੇ ਨਾਲ ਵੀ ਛਿੱਕਾਂ ਦੀ ਸਮੱਸਿਆ ਉਹਦੇ ਨਾਲ ਬਹੁਤ ਆਉਂਦੀ ਹੈ। ਇਹ ਮੌਸਮ ਸਪੈਸ਼ਲੀ ਐਲਰਜੀ ਦਾ ਮੌਸਮ ਹੈ ਜਿਹਦੇ ਵਿੱਚ ਲੋਕਾਂ ਨੂੰ ਚਮੜੀ ਦੀ ਐਲਰਜੀ ਹੁੰਦੀ ਹੈ। ਚਮੜੀ ਯਾਨੀ ਕਿ ਖੁਸ਼ਕੀ ਕਰਕੇ, ਕਿਉਂਕਿ ਖੁਸ਼ਕੀ ਵੱਧ ਜਾਂਦੀ ਹੈ। ਜਦੋਂ ਖੁਸ਼ਕੀ ਵੱਧਦੀ ਹੈ ਸਕਿਨ ਦੇ ਵਿੱਚ ਜਿਹੜੀ ਮੋਇਸਚਰਾਈਜ਼ਰ ਹੈ, ਜਿਹਨੂੰ ਅਸੀਂ ਕਹਿੰਦੇ ਹਾਈਡਰੇਸ਼ਨ ਘਟ ਜਾਂਦੀ ਹੈ, ਜਿਹਦੇ ਨਾਲ ਕਿਸੇ ਨੂੰ ਪਹਿਲਾਂ ਦੀ ਐਲਰਜੀ ਆ ਤੇ ਉਹਦੀ ਵੀ ਖਾਰਸ਼ ਜਿਹੜੀ ਖੁਜਲੀ ਵੱਧ ਜਾਂਦੀ ਹੈ, ਧੱਫੜ ਹੋ ਜਾਂਦੇ, ਇਹੋ ਜਿਹੀਆਂ ਪ੍ਰੋਬਲਮਸ ਵੱਧ ਜਾਂਦੀਆਂ ਨੇ। ਐਲਰਜਨਸ ਵੀ ਜਿਹੜੇ ਨੇ ਵਾਤਾਵਰਨ 'ਚ ਬਹੁਤ ਜ਼ਿਆਦਾ ਹੁੰਦੇ ਨੇ, ਕਿਉਂਕਿ ਅਸੀਂ ਵੀ ਕਿਤੇ ਵੀ ਹੁਣ ਦੇਖੋ ਜਾ ਰਹੇ ਹਾਂ, ਸਾਨੂੰ ਰਸਤੇ 'ਚ ਪਤਾ ਲੱਗ ਜਾਂਦਾ ਵੀ ਇਹ ਪਰਾਲੀ ਦੀ ਸਮੈਲ ਆ ਰਹੀ ਹੈ, ਹੁਣੀ ਫਸਲਾਂ ਦੀ ਕਟਾਈ ਹੋਈ ਹੈ। ਉਹ ਸਮੈਲ ਜਿਹੜੀ ਅੰਦਰ ਜਾ ਕੇ ਫੇਫੜਿਆਂ ਨੂੰ ਤੰਗ ਕਰ ਸਕਦੀ ਹੈ, ਨੱਕ ਨੂੰ ਤੰਗ ਕਰ ਸਕਦੀ ਹੈ ਤੇ ਸਾਡੀ ਚਮੜੀ ਨੂੰ ਖਾਰਸ਼ ਕਰ ਸਕਦੀ ਹੈ। ਸੋ ਇਹ ਤਿੰਨੋਂ ਹੀ ਬਿਮਾਰੀਆਂ ਐਲਰਜੀ ਦੀਆਂ ਤਿੰਨੋਂ ਹੀ ਵੱਧ ਜਾਂਦੀਆਂ ਇਸ ਮੌਸਮ 'ਚ ਜੀ। ਤੇ ਇਹਨਾਂ ਤੋਂ ਫਿਰ ਬਚਣ ਲਈ ਦੀਵਾਲੀ ਤੋਂ ਪਹਿਲਾਂ ਕੀ ਕੁਝ ਕੀਤਾ ਜਾਵੇ, ਕਿਹੜੀਆਂ ਸਾਵਧਾਨੀਆਂ ਜਾਂ ਕੁਝ ਘਰੇਲੂ ਨੁਸਖੇ ਅਪਣਾਏ ਜਾਣ ਜਾਂ ਕੋਈ ਦਵਾਈ ਵਰਤੀ ਜਾਵੇ ਵੀ ਇਦਾਂ ਨਾ ਹੋਵੇ? ਉਹਦਾ ਅਸੀਂ ਇੱਕ ਕੰਮ ਕਰ ਸਕਦੇ ਹਾਂ ਜੀ, ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹੁੰਦਾ। ਸਭ ਤੋਂ ਵਧੀਆ ਐਲਰਜੀ ਤੋਂ ਬਚਣ ਦਾ ਉਪਾਅ ਕੀ ਹੈ? ਨੱਕ ਵਿੱਚ ਸਿਰ ਉੱਠ ਕੇ ਦੇਸੀ ਘਾਹ ਦੀਆਂ, ਦੇਸੀ ਘਿਓ ਦੀਆਂ 2-2 ਬੂੰਦਾਂ ਪਾ ਲਓ ਜੀ। ਕਿਉਂਕਿ ਕੋਈ ਵੀ ਐਲਰਜੀ ਜਿਹੜੀ ਆ ਡਸਟ ਆ, ਘੱਟਾ ਮਿੱਟੀ ਆ ਜਾਂ ਕੋਈ ਵੀ ਤੂੜੀ ਵਗੈਰਾ ਸਾਰੇ ਨੇ ਨੱਕ ਦੇ ਥਰੂ ਹੀ ਜਾਣਾ ਫੇਫੜਿਆਂ 'ਚ, ਗਲੇ 'ਚ ਵੀ ਜਾਣਾ, ਫੇਫੜਿਆਂ 'ਚ ਵੀ ਜਾਣਾ ਤੇ ਛਾਤੀ, ਹਰ ਪਾਸੇ ਇੱਥੋਂ ਹੀ ਜਾਣਾ ਜੀ। ਕਰੋਨਾ ਵੀ ਤੁਸੀਂ ਵੇਖੋ, ਕਰੋਨਾ ਵੀ ਨੱਕ ਦੇ ਇਸ ਪੋਰਸ਼ਨ 'ਚੋਂ ਝਿੱਲੀ ਦੇ ਅੰਦਰ ਕ੍ਰਾਸ ਕਰਦਾ। ਅੱਛਾ ਜੀ, ਰਿਸਰਚ ਆ ਚੁੱਕੀ ਹੋਈ ਹੈ। ਸੋ ਕਰੋਨਾ ਨੇ ਵੀ ਇੱਥੋਂ ਹੀ ਅੰਦਰ ਐਂਟਰ ਕਰਨਾ, ਡਸਟ ਪਾਰਟੀਕਲ ਨੇ ਵੀ ਇੱਥੋਂ ਹੀ ਐਂਟਰ ਕਰਨਾ,
ਇੰਨੇ ਕੁ ਨੱਕ 'ਚ ਝਿੱਲੀ ਦੇ ਥਰੂ। ਸੋ ਘਿਓ ਇੱਥੇ ਲਾਇਆ ਹੋਏ ਸਵੇਰੇ, ਤੁਸੀਂ ਬਾਹਰ ਘੁੰਮਦੇ ਫਿਰਦੇ ਹੋ, ਬਾਹਰ ਬਹੁਤ ਘੱਟਾ ਮਿੱਟੀ ਆ, ਪੋਲਿਊਸ਼ਨ ਵਧਿਆ ਹੋਇਆ ਵਾ, ਤੇ ਧੂਆਂ ਆ ਗਿਆ, ਸਮੈਲ ਆ ਗਈ ਪਟਾਕੇ ਵੱਜਣ ਨਾਲ, ਉਹ ਸਾਰਾ ਇਸ ਦੇ ਐਂਟਰੀ ਨਹੀਂ ਕਰ ਸਕੇਗਾ ਘਿਓ ਪਾਇਆ ਹੋਇਆ। ਘਿਓ ਪਾਉਣ ਨਾਲ ਕੀ ਹੈ, ਇੱਕ ਐਲਰਜੀ ਦੇ ਕੰਨ ਨੱਕ ਦੇ ਵਿੱਚ ਐਂਟਰ ਨਹੀਂ ਕਰ ਪਾ ਰਹੇ, ਤੋ ਬੁਖਾਰ ਕਿਵੇਂ ਹੋ ਜਾਊਗਾ, ਛਿੱਕਾਂ ਕਿਵੇਂ ਆ ਜਾਊਗੀਆਂ, ਗਲਾ ਕਿਵੇਂ ਦੁਖ ਸਕਦਾ, ਖਾਂਸੀ ਨਹੀਂ ਆ ਸਕਦੀ, ਛਾਤੀ 'ਚ ਸੀਟੀਆਂ ਦੀ ਆਵਾਜ਼ ਨਹੀਂ ਆ ਸਕਦੀ, ਜੇ ਤੁਸੀਂ ਰੋਜ਼ ਸਵੇਰੇ ਉੱਠ ਕੇ ਘਿਓ ਪਾਉਂਦੇ ਹੋ। ਸਭ ਤੋਂ ਵਧੀਆ ਤੇ ਸਭ ਤੋਂ ਉੱਤਮ ਉਪਚਾਰ ਇਹ ਆ। ਸਾਡੇ ਵੱਡੇ ਵਡੇਰੇ ਪੁਰਖੇ ਜਿਹੜੇ ਨੇ, ਹਰ ਰੋਜ਼ ਲੇਡੀਜ਼ ਜਿਹੜੀਆਂ, ਬੰਦੇ ਰੋਜ਼ ਉਹਨਾਂ ਨੇ ਸਵੇਰੇ ਉੱਠ ਕੇ ਸਰੋਂ ਦਾ ਤੇਲ ਜਾਂ ਦੇਸੀ ਗਾਂ ਦਾ ਦੇਸੀ ਘਿਓ ਪਾਉਂਦੇ ਹੁੰਦੇ ਸੀ। ਬਿਲਕੁਲ। ਲੇਕਿਨ ਸਾਡੀ ਕਿਉਂਕਿ ਲੋਕਾਂ ਨੂੰ ਸਮੈਲ ਨਹੀਂ ਚੰਗੀ ਲੱਗਦੀ ਦੇਸੀ ਗਾਂ ਦੀ, ਇਸ ਕਰਕੇ ਲੋਕ ਹੁਣ ਪਰਫਿਊਮਾਂ, ਕੈਮੀਕਲਸ ਲਾਉਣਾ ਚੰਗਾ ਸਮਝਦੇ ਨੇ, ਉਹ ਲਾਉਣਾ ਨਹੀਂ ਚਾਹੁੰਦੇ। ਲੇਕਿਨ ਇਹ ਇੰਨਾ ਉੱਤਮ ਹੈ, ਤੁਸੀਂ ਲਾ ਕੇ ਵੇਖਣਾ ਸ਼ੁਰੂ ਕਰ ਦਿਓ। ਜੇ ਤੁਹਾਨੂੰ ਇਹ ਸਰਦੀਆਂ 'ਚ, ਇਸ ਦੀਵਾਲੀ 'ਚ ਕੋਈ ਸਾਹ ਦੀ ਪ੍ਰੋਬਲਮ ਆ ਜਾਵੇ, ਛਾਤੀ 'ਚ, ਗਲੇ ਦੀ ਜਾਂ ਨੱਕ ਦੀ ਕੋਈ ਪ੍ਰੋਬਲਮ ਆ ਜਾਵੇ ਤਾਂ ਮੈਨੂੰ ਕਹਿ ਲਓ। ਨਹੀਂ ਆ ਸਕਦੀ, ਕਿਉਂਕਿ ਘਿਓ ਪਾਉਣਾ ਨੱਕ 'ਚ ਆਪਾਂ। ਦੂਜਾ, ਜਿਹੜੇ ਰੋਗ ਨੇ, ਜਿੱਦਾਂ ਫੇਫੜਿਆਂ 'ਚ ਖਾਂਸੀ ਆ ਜਾਂਦੀ ਹੈ, ਰੇਸ਼ਾ ਬਣ ਜਾਂਦਾ, ਬਲਗਮ ਬਣ ਜਾਂਦੀ ਹੈ, ਜਾਂ ਛਿੱਕਾਂ ਦੀ ਪ੍ਰੋਬਲਮ ਹੈ, ਗਲੇ 'ਚ ਰੇਸ਼ਾ ਡਿੱਗਦਾ ਰਹਿੰਦਾ, ਇਹ ਸਾਰੇ ਠੰਡੇ ਰੋਗ ਆ। ਠੰਡਾ ਮਤਲਬ ਕਿ ਕਫ ਰੋਗ ਆ, ਠੀਕ ਹੈ, ਜਿਹਦੇ 'ਚ ਗਰਮੀ ਚਾਹੀਦੀ ਹੈ। ਜੇ ਅਸੀਂ ਗਰਮੀ ਸਰੀਰ ਨੂੰ ਦੇ ਦਈਏ ਤਾਂ ਇਹ ਰੋਗ ਘਟ ਜਾਂਦੇ ਆ। ਅੱਛਾ ਜੀ। ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਉਹਦੇ ਲਈ ਅਸੀਂ ਆਪਣੇ ਸਰੀਰ ਦੀ ਐਕਸਰਸਾਈਜ਼ ਹੈ ਭਸਤ੍ਰਿਕਾ ਪ੍ਰਾਣਾਯਾਮ। ਓਕੇ। ਉਹ ਕਰਨ ਨਾਲ ਸਾਡੇ ਖੂਨ ਦੇ ਵਿੱਚ ਗਰਮੀ ਬਣੀ ਰਹਿੰਦੀ ਹੈ, ਯਾਨੀ ਖੂਨ ਦੇ ਸੈੱਲਸ ਜਿਹੜੇ ਨੇ ਉਹ ਤੇਜ਼ ਕੰਮ ਕਰਨਾ ਸ਼ੁਰੂ ਕਰ ਦਿੰਦੇ, ਜਿਹੜੇ ਸੁਸਤ ਹੋ ਚੁੱਕੇ ਆ। ਮੈਟਾਬੋਲਿਜ਼ਮ ਵੱਧ ਜਾਂਦਾ, ਜਿਹਦੇ ਨਾਲ ਛਾਤੀ ਗਰਮ ਰਹਿੰਦੀ ਹੈ, ਫੇਫੜਿਆਂ ਦੇ ਵਿੱਚ ਤਾਕਤ ਰਹਿੰਦੀ ਹੈ, ਨੱਕ ਦੇ ਵਿੱਚ ਗਰਮੀ ਰਹਿੰਦੀ ਹੈ, ਤੇ ਛੇਤੀ ਕਿਤੇ ਬੰਦੇ ਨੂੰ ਜ਼ੁਕਾਮ ਜਾਂ ਖਾਂਸੀ ਜਾਂ ਫੇਫੜਿਆਂ ਦੀ ਪ੍ਰੋਬਲਮ ਨਹੀਂ ਆ ਸਕਦੀ। ਹੁਣੇ ਤੋਂ ਸ਼ੁਰੂ ਕਰ ਦਿਓ ਭਸਤ੍ਰਿਕਾ ਪ੍ਰਾਣਾਯਾਮ ਕਰਨਾ। ਜੀ, ਮੈਂ ਤੁਹਾਨੂੰ ਦੱਸ ਦਿੰਦਾ ਕਿੱਦਾਂ ਕਰਨਾ। ਜੀ, ਠੀਕ ਕਰਨਾ ਬਹੁਤ ਜ਼ਰੂਰੀ ਹੈ। ਤੁਹਾਨੂੰ ਇਹ ਪਤਾ ਵੀ ਯੋਗਾ ਜਿਹੜੇ ਕਰਦੇ ਨੇ ਲੋਕ, ਯੋਗਾ ਕਰਨ ਵਾਲੇ 70% ਲੋਕ ਜਿਹੜੇ ਨੇ, ਜਿੰਨੇ ਵੀ ਯੋਗਾ ਕਰ ਰਹੇ ਆ, ਸਾਰੇ ਯੋਗਾ ਗਲਤ ਕਰ ਰਹੇ ਆ। ਜਾਂ ਤਾਂ ਜ਼ਿਆਦਾ ਜ਼ੋਰ ਲਗਾ ਲੈਂਦੇ ਆ, ਕਈ ਆਪਣੀ ਪਿੱਠ ਦੁਖਾ ਲੈਂਦੇ ਆ, ਜਾਂ ਪ੍ਰੋਬਲਮ ਹੋਰ ਵਧਾ ਲੈਂਦੇ ਆ। ਬਿਲਕੁਲ ਬਿਲਕੁਲ, ਠੀਕ ਹੈ, ਉਹ ਕੰਮ ਸਹੀ ਨਹੀਂ ਹੈ। ਸਹੀ ਯੋਗਾ ਕਰਨਾ ਉਹਦੇ ਲਈ ਜ਼ਰੂਰੀ ਹੈ ਕਿ ਯੋਗਾ ਕਰਕੇ ਦਿਖਾਓ ਕਿ ਮੈਂ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਠੀਕ ਹੈ, ਆ ਦੇਖੋ, ਹੁਣ ਮੈਂ ਤੁਹਾਨੂੰ ਇਹ ਯੋਗ ਸਿਖਾਵਾਂਗਾ ਜਿਹਦੇ ਨਾਲ ਤੁਹਾਡੀ ਫੇਫੜੇ, ਜ਼ੁਕਾਮ ਦੀ ਪ੍ਰੋਬਲਮ ਤੇ ਚਮੜੀ ਦੀ ਪ੍ਰੋਬਲਮ ਵੀ ਸੋਲਵ ਹੋਊਗੀ। ਦੇਖੋ, ਏਦਾਂ ਕਰਕੇ ਫੇਫੜਿਆਂ 'ਚ ਹਵਾ ਪੂਰੀ ਤਰ੍ਹਾਂ ਭਰ ਲੈਣੀ ਹੈ, ਮਤਲਬ ਜਿੰਨੀ ਨਾਰਮਲ ਕੈਪੈਸਿਟੀ ਉਹ ਤੋਂ ਜ਼ਿਆਦਾ ਭਰਨੀ ਹੈ। ਓਕੇ, ਠੀਕ ਹੈ, ਤਾਂ ਹੀ ਅਸੀਂ ਫੇਫੜਿਆਂ ਦੇ ਅੰਦਰ ਟਿਊਬਾਂ ਨੂੰ ਤਾਕਤ ਦੇਵਾਂਗੇ ਤੇ ਖੂਨ 'ਚ ਗਰਮੀ ਆਏਗੀ। ਪੂਰੇ ਫੇਫੜੇ ਫੁਲਾ ਲੈਣੇ ਜਦ ਤੱਕ ਸਾਹ ਰੋਕਣਾ ਵੀ ਹੈ। ਹਾਂ, ਦੇਖੋ ਫਿਰ ਜ਼ੋਰ ਨਾਲ ਥੱਲੇ ਕੱਢਣਾ ਸਾਹ। ਓਕੇ, ਲੈ ਕੇ ਹੌਲੀ ਹੌਲੀ ਜਾਣਾ। ਜਿੰਨਾ ਫੇਫੜਿਆਂ 'ਚ ਭਰ ਹੁੰਦਾ ਉਹ ਤੋਂ ਜ਼ਿਆਦਾ ਭਰਨ ਦੀ ਕੋਸ਼ਿਸ਼ ਕਰਨੀ ਹੈ, ਤੇ ਜਿਹੜਾ ਕੱਢਣਾ ਹੈ ਉਹ ਤੇਜ਼ ਕੱਢਣਾ, ਜ਼ੋਰ ਦੀ ਕੱਢਣਾ। ਦੇਖੋ, ਇਹ ਇੱਕ ਤਰ੍ਹਾਂ ਪੰਪ ਮਾਰਨਾ ਸਰੀਰ ਨੂੰ, ਮੈਟਾਬੋਲਿਜ਼ਮ ਅਪ ਹੋ ਜਾਂਦਾ। ਬਿਲਕੁਲ, ਸਰੀਰ ਦੇ ਅੰਦਰ, ਦਿਮਾਗ ਦੇ ਵਿੱਚ ਡਿਪਰੈਸ਼ਨ ਹੁੰਦੀ ਹੈ, ਇਹ ਬੰਦਾ ਕਰ ਰਿਹਾ ਡਿਪਰੈਸ਼ਨ, ਫਟਾਫਟ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਓਕੇ, ਇਹਨੂੰ ਕਰਕੇ ਦੇਖੋ, ਤੁਹਾਡੇ ਦਿਮਾਗ ਦੇ ਸੈੱਲਾਂ 'ਚ ਤੁਹਾਨੂੰ ਲੱਗੂਗਾ ਯਾਰ ਚੁਸਤੀ ਜਿਹੀ ਆ ਗਈ ਹੈ, ਲਾਈਟ ਫੀਲ ਕਰਦੇ ਹੋ ਤੁਸੀਂ, ਕਿਉਂਕਿ ਦਿਮਾਗ ਦੇ ਸੈੱਲ ਵੀ ਜਿਹੜੇ ਨੇ ਨਾ, ਸਾਡੇ ਕੋਸ਼ਿਕਾਵਾਂ ਜਿਹੜੀਆਂ ਨਰਵਸ ਆ, ਉੱਥੇ ਤੱਕ ਖੂਨ ਨਹੀਂ ਪਹੁੰਚਦਾ। ਬਿਲਕੁਲ, ਡਿਪਰੈਸ਼ਨ ਵਾਲੇ ਬੰਦੇ, ਬਿਲਕੁਲ ਸਹੀ ਕਿਹਾ, ਉਹ ਜ਼ੋਰ ਨਾਲ ਪੰਪ ਨਾ ਮਾਰ ਕੇ ਖੂਨ ਉੱਥੇ ਬਣ ਜਾਊਗਾ, ਉਹ ਚੁਸਤ ਹੋਣਗੇ, ਫੁਰਸਤ ਹੋਣਗੇ, ਉਹ ਸੁਸਤੀ ਛੱਡਣਗੇ, ਡਿਪਰੈਸ਼ਨ ਛੱਡਣਗੇ ਤੇ ਪੋਜ਼ਿਟਿਵ ਹੋਣਗੇ। ਬਿਲਕੁਲ, ਸੋ ਇਹਦਾ ਇਹ ਬਹੁਤ ਵੱਡਾ ਫਾਇਦਾ ਹੈ। ਹੁਣ ਇਹ ਮੈਂ ਤੁਹਾਨੂੰ ਦੱਸਤਾ, ਇੱਕ ਤਾਂ ਘਿਓ ਪਾਉਣਾ, ਇੱਕ ਭਸਤ੍ਰਿਕਾ ਪ੍ਰਾਣਾਯਾਮ। ਮੈਂ ਕਹਿੰਦਾ ਦੋ ਚੀਜ਼ਾਂ ਤੁਸੀਂ ਪਾਉਂਦੇ ਰਹੋ, ਜ਼ਿੰਦਗੀ 'ਚ ਨਾ ਤਾਂ ਕਦੇ ਬੁੱਢੇ ਹੋ ਸਕਦੇ ਹੋ ਤੇ ਨਾ ਕਦੇ ਬਿਮਾਰ ਹੋ ਸਕਦੇ ਹੋ। ਕਿਉਂਕਿ ਨੱਕ 'ਚ ਘਿਓ ਪਾਉਣ ਦਾ ਫਾਇਦਾ ਕੀ ਹੈ? ਇਹ ਵਾਲ ਨਹੀਂ ਚਿੱਟੇ ਹੋਣ ਦਿੰਦਾ ਕਦੇ ਵੀ। ਅੱਛਾ ਜੀ। ਚਿਹਰੇ ਤੇ ਤੁਹਾਡੇ ਲੇਡੀਜ਼ ਨੂੰ ਅਗਰ ਪਾਉਂਦੀ ਆ ਨਾ ਘਿਓ, ਤੇ ਫੇਸ ਤੇ ਗਲੋ ਹਮੇਸ਼ਾ ਬਣੀ ਰਹੇਗੀ। ਕੋਲੇਜਨ ਜਿਹੜਾ ਘਟਦਾ ਲੋਕਾਂ ਦਾ, ਕੋਲੇਜਨ ਖਾਣਾ ਪੈਂਦਾ, ਉਹ ਨਹੀਂ ਖਾਣਾ ਪਊਗਾ। ਅੱਖਾਂ ਵਾਸਤੇ ਬਹੁਤ ਵਧੀਆ ਹੈ। ਔਰ ਨੱਕ, ਇੱਥੇ ਤੱਕ ਬ੍ਰੇਨ ਹੈ, ਸਾਡਾ ਦਿਮਾਗ ਹੈ ਇੱਥੇ ਤੱਕ। ਜਦੋਂ ਅਸੀਂ ਇੱਥੇ ਘਿਓ ਪਾਇਆ, ਇੱਥੇ ਬ੍ਰੇਨ ਦੇ ਥਰੂ ਸਾਰੇ ਬ੍ਰੇਨ ਨੂੰ ਨਰਿਸ਼ਮੈਂਟ ਮਿਲਣੀ ਹੈ, ਖੁਰਾਕ ਮਿਲਣੀ ਹੈ। ਔਰ ਬ੍ਰੇਨ ਕਾਹਦਾ ਬਣਿਆ ਵਾ? ਨਰਵਸ ਦਾ। ਨਰਵਸ ਕਾਹਦੀਆਂ ਬਣੀਆਂ ਵਾ? ਵਿਟਾਮਿਨ ਈ, ਠੀਕ ਹੈ, ਕੈਰੋਟੀਨੋਇਡਸ, ਇਹ ਦੋ ਚੀਜ਼ਾਂ। ਔਰ ਦੇਸੀ ਗਾਂ ਦੇ ਦੇਸੀ ਘਿਓ 'ਚ ਇਹ ਭਰਿਆ ਹੋਇਆ ਹੈ ਹੀ ਵਿਟਾਮਿਨ ਈ ਤੇ ਕੈਰੋਟੀਨੋਇਡਸ। ਬਿਲਕੁਲ ਬਿਲਕੁਲ, ਉਹ ਸਿੱਧੇ ਬ੍ਰੇਨ ਨੂੰ ਮਿਲਣੇ ਆ। ਨਾੜਾਂ ਨੂੰ ਰੋਜ਼ ਤੁਸੀਂ ਨਰਿਸ਼ ਕਰ ਰਹੇ ਹੋ ਤੇ ਦਿਮਾਗ ਨਰਿਸ਼ ਹੈ, ਚੁਸਤ ਫਰੁਸਤ ਹੈ, ਹੈਲਦੀ ਹੈ, ਮੈਂਟਲ ਹੈਲਥ ਠੀਕ ਰਹੇਗੀ, ਤੁਹਾਡੇ ਸਰੀਰ ਨੂੰ ਵੀ ਕੁਝ ਨਹੀਂ ਹੋ ਸਕਦਾ। ਬਿਲਕੁਲ, ਇਹ ਤਾਂ ਤੁਸੀਂ ਵੈਸੇ ਡਾਕਟਰ
ਬਿਮਾਰੀ ਲਈ ਤਾਂ ਹੈ ਹੀ, ਮੈਨੂੰ ਲੱਗਦਾ ਵੀ ਜਿਹੜੀ ਤੁਸੀਂ ਗੱਲ ਕੀਤੀ ਵੀ ਜਵਾਨ ਵੀ ਰਹੋਗੇ ਉਹਦੇ ਲਈ ਜ਼ਿਆਦਾ ਕਰਨਗੇ ਲੋਕ। ਬਿਲਕੁਲ ਬਹੁਤ ਜ਼ਰੂਰੀ ਹੈ। ਲੇਕਿਨ ਲੇਡੀਜ਼ ਸਾਡੇ ਕੋਲ ਜਿਹੜੀਆਂ ਸ਼ਹਿਰ ਦੇ ਬੱਚੇ ਆ ਨਾ, ਉਹ ਘਿਓ ਪਾਉਣਾ ਨਹੀਂ ਚਾਹੁੰਦੇ। ਹਾਂ, ਕਿਉਂ? ਸਮੈਲ ਨਹੀਂ ਅੱਛੀ ਲੱਗਦੀ। ਯਾਰ ਗਾਂ ਸਾਡੀ ਮਾਂ ਆ। ਮਾਂ ਕਿਵੇਂ? ਜੇਕਰ ਅਸੀਂ ਖੇਤੀਬਾੜੀ ਕਰਦੇ ਆ, ਸਰੋਂ ਦਾ ਤੇਲ ਵੀ ਪਾ ਸਕਦੇ ਆ? ਨਹੀਂ, ਤੁਸੀਂ ਇਹ ਹੀ ਵਧੀਆ, ਸਿਰਫ ਘਿਓ ਪਾਉਣਾ। ਘਿਓ ਪਾਓ, ਦੇਸੀ ਗਾਂ ਦਾ ਦੇਸੀ ਘਿਓ ਪਾਓ। ਜੀ 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 ਪਾਉਂਦੇ ਆ, ਲੇਕਿਨ ਸਵੇਰੇ ਪਾਓ, ਉਹ ਰਾਤ ਨੂੰ ਕਈ ਪਾਉਂਦੇ ਨੇ। ਗਾਂ ਜਿਹੜਾ ਸਾਡਾ ਸਰਕਲ ਨਹੀਂ ਪੂਰਾ ਹੋ ਸਕਦਾ, ਸਾਈਕਲ ਜਿਹੜਾ ਸਾਡਾ ਇਕੋਸਿਸਟਮ ਦਾ ਨਾ, ਬਿਨਾਂ ਗਾਂ ਤੋਂ, ਕਿਉਂਕਿ ਉਹਦੇ ਗੋਬਰ ਨੇ ਖੇਤੀਬਾੜੀ ਜਿਹੜੀ ਆ ਉਹਨੂੰ ਉਪਜਾਊ ਬਣਾਉਣਾ। ਉਹਦੇ ਚ ਕਣ ਹੈ, ਜਿਹੜੇ ਮਿਨਰਲਸ ਆ, ਜਿਹੜੇ ਕਿ ਤੁਹਾਡੀ ਫਸਲ ਨੂੰ ਉਗਾਉਂਦੇ ਨੇ। ਉਹਦਾ ਪੋਚਾ ਘਰ ਚ ਮਾਰਿਆ ਜਾਂਦਾ। ਯਾਨੀ ਕਿ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਇੰਪੋਰਟੈਂਟ ਪਾਰਟ ਹੈ। ਮੈਂ ਥੋੜੇ ਦਿਨ ਪਹਿਲਾਂ ਪੜ੍ਹ ਰਹੀ ਸੀ ਵੀ ਗਾਂ ਨੂੰ ਜੇ ਜ਼ਹਿਰ ਵੀ ਕਿਤੋਂ ਖਾ ਲਵੇ ਨਾ ਤਾਂ ਉਹਦੇ ਦੁੱਧ ਚ ਨਹੀਂ ਪਹੁੰਚਦੀ। ਗਾਂ ਦੇ ਵਿੱਚ ਦੇਸੀ ਗਾਂ ਜਿਹੜੀ ਹੈ ਨਾ, ਉਹ ਆਪਣੀ ਪੁਰਾਣੀ ਜਿਹੜੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਹੈ, ਉਹਦੇ ਵਿੱਚ ਗੁਣ ਇਹੋ ਜਿਹੇ ਆ, ਗਾਂ ਤੁਹਾਨੂੰ ਇੰਨਾ ਪਿਆਰ ਕਰਨ ਲੱਗ ਪੈਂਦੀ ਹੈ ਜੇ ਤੁਸੀਂ ਉਹਨੂੰ ਹੱਥ ਲਾਉਂਦੇ ਹੋ ਜਾਂ ਤੁਸੀਂ ਉਹਨੂੰ ਪੱਠੇ ਖਵਾਉਂਦੇ ਹੋ, ਕੋਈ ਚੀਜ਼ ਖਵਾਉਂਦੇ ਹੋ। ਅੱਛਾ, ਜੇ ਤੁਸੀਂ ਬਿਮਾਰ ਹੋ, ਤੁਹਾਡੀ ਗਾਂ ਉਹੀ ਪੱਠੇ, ਹਰਬਸ, ਜੜੀਆਂ ਬੂਟੀਆਂ ਖਾਊਗੀ, ਜਿਹੜੀਆਂ ਬੂਟੀਆਂ ਤੁਹਾਨੂੰ ਠੀਕ ਕਰਦੀਆਂ। ਇੰਨਾ ਉਹਦੇ ਚ ਮਤਲਬ ਤਾਕਤ ਹੈ ਇਸ ਚੀਜ਼ ਦੀ, ਪ੍ਰਮਾਤਮਾ ਵੱਲੋਂ ਕੁਦਰਤੀ ਤਰੀਕੇ ਦੇ ਨਾਲ। ਔਰ ਉਹਦੇ ਚ ਜਿਹੜੇ ਲੋਕ ਦੇਸੀ ਗਾਵਾਂ ਦਾ ਦੁੱਧ ਪੀਂਦੇ ਆ, ਦੇਸੀ ਗਾਂ ਦਾ, ਉਹਨਾਂ ਨੂੰ ਨਾ ਤਾਂ ਸ਼ੂਗਰ ਹੁੰਦੀ ਹੈ, ਨਾ ਕੈਂਸਰ ਹੁੰਦਾ। ਇਹ ਵੀ ਯੂਨੀਵਰਸਿਟੀ ਜਿਹੜੀ ਹੈਗੀ ਹੈ, ਐਗਰੀਕਲਚਰ ਯੂਨੀਵਰਸਿਟੀ, ਉਹਨਾਂ ਦੀ ਰਿਸਰਚ ਹੈ। ਓਕੇ। ਜਿਹੜੇ ਗੁੱਜਰ ਇਹ ਗਾਂ ਰੱਖਦੇ ਨੇ ਨਾ, ਉਹਨਾਂ ਦੇ ਵਿੱਚ ਨਾ ਤਾਂ ਕਦੇ ਸ਼ੂਗਰ ਹੋਈ ਕਿਸੇ ਨੂੰ ਤੇ ਨਾ ਕੈਂਸਰ ਹੁੰਦਾ। ਸੋ ਇਹਦੇ ਬਹੁਤ ਸਾਰੇ ਫਾਇਦੇ ਨੇ। ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਘਿਓ ਦੀ ਸਮੈਲ ਤੋਂ ਪਰੇਸ਼ਾਨ ਨਾ ਹੋਵੋ, ਘਿਓ ਨੂੰ ਸਗੋਂ ਅੱਛਾ ਮਹਿਸੂਸ ਕਰੋ, ਕਿਉਂਕਿ ਇਹ ਸਾਡੀ ਧਰਤੀ ਮਾਂ ਵਾਂਗੂ ਮਿੱਟੀ ਦੀ ਸਮੈਲ ਕਿੰਨੀ ਅੱਛੀ ਲੱਗਦੀ ਹੈ, ਇਦਾਂ ਹੀ ਇਹ ਸਾਡੀ ਆਪਣੀ ਸਮੈਲ ਹੈ, ਸਾਡੇ ਸਰੀਰ ਦੀ ਸਮੈਲ ਹੈ। ਸੋ ਇਹਨੂੰ ਪੋਜ਼ਿਟਿਵਲੀ ਲੈ ਕੇ ਇਹਨੂੰ ਰੋਜ਼ ਘਿਓ ਨੱਕ 'ਚ ਪਾਓ। ਦੂਸਰਾ, ਸ਼ੀਸ਼ੇ, ਅੱਜ ਕੱਲ੍ਹ ਦੀਵਾਲੀ ਪੋਲਿਊਸ਼ਨ ਹੈ, ਸਰਦੀਆਂ ਆ ਰਹੀਆਂ ਨੇ, ਮਿੱਟੀ ਘੱਟਾ ਵੀ ਬਹੁਤ ਹੈ। ਸ਼ੀਸ਼ੇ ਘਰ ਦੇ ਬੰਦ ਰੱਖੋ, ਕਲੋਜ਼ ਕਰ ਦੋ ਬਸ। 2 ਮਹੀਨਿਆਂ ਬਾਅਦ ਬੇਸ਼ੱਕ ਖੋਲ ਲਿਓ। ਪਰ ਸਰ ਠੰਡ ਵੱਧ ਰਹੀ ਹੈ, ਜਦੋਂ ਕਈਆਂ ਨੂੰ ਹੁੰਦਾ ਵੀ ਸਲਾਬ ਹੋ ਜਾਂਦੀ ਘਰ ਦੇ ਵਿੱਚ ਤੇ ਦਰਵਾਜ਼ਾ ਤਾਕੀਆਂ ਬੰਦ ਕਰਦੇ ਨੇ, ਤਾਂ ਉਹਦੇ ਨਾਲ ਹੋਰ ਉਹਨਾਂ ਨੂੰ ਸਮੱਸਿਆ ਹੋ ਜਾਂਦੀ ਹੈ। ਸਲਾਬ ਕਿਉਂ ਹੁੰਦੀ ਹੈ? ਘਰ ਵਿੱਚ ਬਾਥਰੂਮ 'ਚ ਹੁੰਦੀ ਹੈ। ਤੁਸੀਂ ਬਾਥਰੂਮ 'ਚ ਜਾਓਗੇ, ਉਹਦੇ ਸਲਾਬ ਹੋਊਗੀ, ਜਾਂ ਪਾਣੀ ਦੀ ਉੱਪਰੋਂ ਲੀਕੇਜ ਹੋਊਗੀ ਟੂਟੀਆਂ ਦੇ ਵਿੱਚ, ਜਾਂ ਫਿਰ ਰਸੋਈ 'ਚ ਹੋਏਗਾ ਤੇ ਥੱਲੇ ਦੇਖੋਗੇ ਉੱਥੇ ਤੁਹਾਨੂੰ ਸਲਾਬਾ ਨਜ਼ਰ ਆਏਗਾ। ਉਹ ਸਲਾਬਾ ਪਾਣੀ ਕਰਕੇ ਹੁੰਦਾ, ਸਰਦੀਆਂ ਕਰਕੇ ਨਹੀਂ ਹੈਗਾ ਸਲਾਬਾ। ਸਰਦੀਆਂ 'ਚ ਸਲਾਬਾ ਇੰਨੀ ਛੇਤੀ ਨਹੀਂ ਏਦਾਂ ਹੁੰਦਾ। ਤੁਸੀਂ ਸ਼ੀਸ਼ੇ ਬੰਦ ਕਰੋਗੇ, ਕੋਈ ਬਾਹਰੋਂ ਡਸਟ ਆ ਕੇ ਤੁਹਾਨੂੰ ਤੰਗ ਕਰਨਾ, ਉਹਨੇ ਐਲਰਜੀ ਕਰਨੀ, ਉਹਨੇ ਤੁਹਾਨੂੰ ਛਿੱਕਾਂ, ਆਮ ਜਿਹੜਾ ਵਾਇਰਲ ਹੁੰਦਾ ਬੱਚਿਆਂ ਨੂੰ ਬੁਖਾਰ ਹੋ ਜਾਂਦਾ, ਉਹ ਵੀ ਇਹ ਡਸਟ ਨਹੀਂ ਲਿਆ ਕੇ ਕਰਨਾ। ਬਾਹਰਲੇ ਮੁਲਕਾਂ 'ਚ ਲੋਕ ਇੰਨੇ ਵਾਇਰਲ ਥੋੜੀ ਹੁੰਦਾ, ਉੱਥੇ ਠੰਡ ਕਿੰਨੀ ਹੁੰਦੀ ਆ, ਲੇਕਿਨ ਡਸਟ ਜਿਹੜੀ ਆ ਉੱਥੇ ਹੈ ਨਹੀਂ, ਤਾਂ ਉੱਥੇ ਬੱਚੇ ਘੱਟ ਬਿਮਾਰ ਹੁੰਦੇ, ਇੱਥੇ ਜ਼ਿਆਦਾ ਇਸ ਕਰਕੇ ਬਿਮਾਰ ਹੁੰਦੇ। ਜੀ ਸਰ, ਵੈਸੇ ਜੇ ਸਕਿਨ ਦੀਆਂ ਬਿਮਾਰੀਆਂ ਨੇ, ਜਿਹੜੀਆਂ ਵੀ ਐਲਰਜੀਜ਼ ਨੇ, ਉਹਨਾਂ ਦੀਆਂ ਟਾਈਪਸ ਦੀ ਜੇ ਗੱਲ ਕਰੀਏ, ਕਿੰਨੀਆਂ ਕੁ ਉਹਦੀਆਂ ਕਿਸਮਾਂ ਹੈਗੀਆਂ ਨੇ ਤੇ ਉਹਨਾਂ ਦੇ ਕੀ ਲੱਛਣ ਨੇ, ਵੀ ਸਾਨੂੰ ਪਤਾ ਲੱਗੇ ਵੀ ਹਾਂ ਸਾਨੂੰ ਆਹ ਐਲਰਜੀ ਹੋ ਗਈ ਹੈ ਤੇ ਹੁਣ ਅਸੀਂ ਆਹ ਸਾਵਧਾਨੀਆਂ ਵਰਤਣੀਆਂ ਨੇ? ਚਮੜੀ ਦੀ ਐਲਰਜੀ ਜਿਹੜੀ ਹੈ ਨਾ, ਅੱਜ ਕੱਲ੍ਹ ਸਰਦੀਆਂ 'ਚ ਲੋਕਾਂ ਨੂੰ ਬਹੁਤ ਵੱਧ ਜਾਂਦੀ ਪ੍ਰੋਬਲਮ, ਜਿਹਨੂੰ ਚਮੜੀ ਦੀ ਐਲਰਜੀ ਹੋਵੇ, ਕਿਉਂਕਿ ਖੁਸ਼ਕੀ ਬਹੁਤ ਹੈ। ਖੁਸ਼ਕੀ ਕਰਕੇ ਚਮੜੀ ਦੀ ਐਲਰਜੀ ਵੱਧ ਜਾਂਦੀ ਹੈ। ਚਮੜੀ ਦੀ ਐਲਰਜੀ 3 ਤਰ੍ਹਾਂ ਦੀ ਆ। ਉਹ ਹੈਗੀ ਇੱਕ ਐਗਜ਼ੀਮਾ, ਦੂਸਰਾ ਹੈਗਾ ਪਿੱਤੀ, ਜਿੱਦਾਂ ਪਿੱਤ ਨਿਕਲਣਾ ਹੁੰਦਾ, ਇੱਕਦਮ ਧੱਫੜ ਨਿਕਲ ਜਾਣੇ, ਜਾਂ ਐਗਜ਼ੀਮਾ ਜਿਹੜੇ ਸ਼ੁਰੂ ਤੋਂ ਹੀ ਕਈ ਸਾਲ ਤੱਕ ਚੱਲਦੀ ਰਹਿੰਦੀ ਪ੍ਰੋਬਲਮ, ਉਹਦੇ 'ਚ ਜੋੜ ਛਾਲੇ ਬਣ ਜਾਂਦੇ ਨੇ ਤੇ ਜੋੜ ਦੀ ਖਾਰਿਸ਼ ਹੁੰਦੀ ਹੈ ਤੇ ਪਾਣੀ ਵੀ ਨਿਕਲਦਾ ਉਹਨਾਂ 'ਚੋਂ, ਔਰ ਕਈ ਵਾਰੀ ਖੂਨ ਵੀ ਨਿਕਲ ਸਕਦਾ ਜੀ, ਔਰ ਉਹਨਾਂ ਦੇ ਬਾਅਦ 'ਚ ਨਾ ਨਿਸ਼ਾਨ ਬਣੇ ਰਹਿ ਜਾਂਦੇ ਨੇ ਸਰੀਰ ਦੇ ਉੱਪਰ। ਛਾਲੇ ਬਣੂਗੇ, ਫੁੱਟ ਜੂਗੇ, ਫਿਰ ਉਹਦਾ ਨਿਸ਼ਾਨ ਬਣਿਆ ਰਹਿ ਜਾਊਗਾ। ਸਰੀਰ ਦੇ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ, ਬਾਹਾਂ ਦੇ ਉੱਪਰ, ਇੱਥੇ ਪਿੱਛੇ, ਔਰ ਕੰਨਾਂ ਦੇ ਪਿੱਛੇ ਜਾਂ ਪੇਟ ਤੇ, ਇਹ ਛਾਲੇ ਬਣਦੇ ਰਹਿੰਦੇ ਨੇ ਤੇ ਨਿਸ਼ਾਨ ਛੱਡਦੇ ਰਹਿੰਦੇ, ਫਿਰ ਬਣਦੇ ਰਹਿੰਦੇ, ਛੱਡਦੇ ਰਹਿੰਦੇ। ਇਹ ਖਾਰਿਸ਼ ਨਾਲ ਹੁੰਦੀ ਹੈ, ਬਹੁਤ ਪਰੇਸ਼ਾਨੀ ਹੁੰਦੀ ਹੈ, ਔਰ ਐਲੋਪੈਥੀ 'ਚ ਇਹਦਾ ਕੋਈ ਇਲਾਜ ਵੀ ਨਹੀਂ, ਸਟੀਰੋਇਡ ਹੀ ਦਿੰਦੇ ਆ। ਠੀਕ ਹੈ, ਅਸੀਂ ਇੱਕ ਪਾਸੇ ਇਮਿਊਨਿਟੀ ਠੀਕ ਕਰਨੀ ਹੈ ਤੇ ਸਟੀਰੋਇਡ ਦੇ ਕੇ ਅਸੀਂ ਇਮਿਊਨਿਟੀ ਨੂੰ ਡਾਊਨ ਕਰ ਦਿੰਦੇ ਆ। ਸੋ ਉਹ ਐਗਜ਼ੀਮਾ ਹੋ ਗਈ। ਦੂਸਰੀ ਹੈਗੀ ਪਿੱਤ, ਜਿਹਨੂੰ ਕਹਿੰਦੇ ਅਰਟੀਕੇਰੀਆ ਕਹਿੰਦੇ ਅਸੀਂ ਜੀ। ਤੀਸਰਾ ਹੈਗਾ ਕੰਟੈਕਟ ਡਰਮੇਟਾਈਟਿਸ। ਕੰਟੈਕਟ ਦਾ ਮਤਲਬ ਹੈ ਕਿ ਤੁਹਾਡੇ ਹੱਥ ਦੇ ਨਾਲ ਕਿਸੇ ਨਿੱਕਲ ਦਾ ਕੜਾ ਪਾਇਆ ਵਾ, ਜਾਂ ਕੋਈ ਵੀ ਤੁਹਾਡੇ ਸਰੀਰ ਦੇ ਨਾਲ ਚੀਜ਼ ਟੱਚ ਕਰਦੇ ਨਾਲ ਹੀ ਐਲਰਜੀ ਸ਼ੁਰੂ ਹੋ ਜਾਂਦੀ ਹੈ, ਕਿਸੇ ਵੀ ਫਿਜ਼ੀਕਲ ਚੀਜ਼ ਨਾਲ, ਕਿਸੇ ਕੱਪੜੇ ਤੋਂ ਹੋ ਸਕਦੀ ਹੈ, ਉਹਦੇ ਨਾਲ। ਚੌਥਾ ਹੈਗਾ ਕਿ ਕਈ ਵਾਰੀ ਕੁਝ ਖਾਣ ਤੇ ਐਲਰਜੀ ਹੁੰਦੀ ਹੈ। ਅੱਛਾ ਜੀ। ਫੋਰ ਐਗਜ਼ਾਮਪਲ, ਜੇ ਐਲਰਜੀ ਦੀ ਗੱਲ ਕਰੀਏ ਤੇ ਬਦਾਮ ਤੇ ਅਖਰੋਟ ਤੋਂ ਬਹੁਤ ਲੋਕਾਂ ਨੂੰ ਐਲਰਜੀ ਹੈ। ਅੱਛਾ ਜੀ। ਸੋਇਆਬੀਨ ਤੋਂ ਬਹੁਤ ਐਲਰਜੀ ਹੁੰਦੀ ਲੋਕਾਂ ਨੂੰ, ਮੂੰਗਫਲੀ ਤੋਂ ਬਹੁਤ ਹੁੰਦੀ ਹੈ, ਫਿਸ਼ ਉਹਦੇ ਨਾਲ ਹੁੰਦੀ ਹੈ, ਕਈਆਂ ਨੂੰ ਐਗ ਜਿਹੜਾ ਅੰਡਾ ਹੈ, ਦੇਸੀ ਅੰਡੇ ਨਾਲ ਬਹੁਤ ਹੁੰਦੀ ਹੈ। ਅੱਛਾ। ਠੀਕ ਹੈ।
ਕਣਕ ਤੋਂ ਅਲਰਜੀ ਬਹੁਤ ਹੁੰਦੀ ਹੈ, ਦੁੱਧ ਨਹੀਂ ਪਚਦਾ ਕਈਆਂ 'ਚ। ਸੋ ਇਹ ਚੀਜ਼ਾਂ ਜਿਹੜੀਆਂ ਨੇ ਐਲਰਜੀ ਬਹੁਤ ਕਰਦੀਆਂ ਨੇ, ਇਹਦੇ ਨਾਲ ਵੀ ਸਕਿਨ ਦੀ ਐਲਰਜੀ ਹੋ ਸਕਦੀ ਹੈ ਜੀ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਜਿਹੜੀ ਖਾਣ ਵਾਲੀਆਂ ਚੀਜ਼ਾਂ ਤੋਂ ਵੀ ਹੋ ਜਾਂਦੀ ਹੈ ਹਨਾ, ਸੋ ਫਿਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਖਾਣ ਵਾਲੀਆਂ ਚੀਜ਼ਾਂ ਸਾਨੂੰ ਬਿਲਕੁਲ ਮਾਈਨਸ ਕਰ ਦੇਣੀਆਂ ਚਾਹੀਦੀਆਂ ਨੇ ਜਾਂ ਥੋੜੀ ਮਾਤਰਾ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਵੀ ਸਰੀਰ ਨੂੰ ਜਿਹੜੇ ਗੁਣ ਮਿਲ ਸਕਣ ਉਹਨਾਂ ਦੇ? ਜਦੋਂ ਸਾਡਾ ਆਪਣਾ ਤਰੀਕਾ ਹੈ ਇਲਾਜ ਕਰਨ ਦਾ, ਅਸੀਂ ਐਲੋਪੈਥੀ ਦੇ ਹਿਸਾਬ ਨਾਲ ਨਹੀਂ ਚੱਲਦੇ, ਕਿਉਂਕਿ ਐਲੋਪੈਥੀ ਕੋਲ ਕੁਝ ਨਹੀਂ ਇਹਦਾ ਇਲਾਜ ਹੈਗਾ। ਤੁਹਾਨੂੰ ਵੀ ਪਤਾ, ਤੁਸੀਂ ਕਿਸੇ ਵੀ ਇਹਨਾਂ ਨੂੰ ਨਾ ਤਾਂ ਉਹਨਾਂ ਨੂੰ ਅੱਜ ਤੱਕ ਇਹ ਪਤਾ ਲੱਗਿਆ ਇਹਦਾ ਕਾਰਨ ਕੀ ਹੈ, ਨਾ ਉਹਨਾਂ ਨੂੰ ਇਲਾਜ ਸਮਝ ਲੱਗੀ ਅੱਜ ਤੱਕ। ਸਰ ਤੁਸੀਂ ਐਲੋਪੈਥੀ ਦੀ ਗੱਲ ਕੀਤੀ, ਮੇਰੇ ਪਰ ਸਾਡੇ ਕੋਲੇ ਜਦੋਂ ਆਉਂਦੇ ਨੇ ਮਰੀਜ਼, ਉਹ ਕਿਵੇਂ ਠੀਕ ਹੋ ਜਾਂਦੇ ਫਿਰ? ਐਲੋਪੈਥੀ 'ਚ ਕਿਹਾ ਜਾਂਦਾ ਕਿ ਐਗਜ਼ੀਮਾ ਕਦੇ ਠੀਕ ਨਹੀਂ ਹੁੰਦਾ ਜੀ, ਔਰ ਇਹਦੇ ਲਈ ਅੰਗਰੇਜ਼ੀ ਦਵਾਈ ਜਿਹੜੀ ਆ ਸਟੀਰੋਇਡ ਹੈ। ਪਰ ਸਾਡੇ ਕੋਲ ਕਿਉਂ ਆ ਕੇ ਠੀਕ ਹੋ ਜਾਂਦੇ ਆ? ਔਰ ਉਹਨਾਂ ਦੀਆਂ ਕਈ ਦਵਾਈਆਂ ਵੀ ਹੁੰਦੀਆਂ ਨੇ ਸਕਿਨ ਵਾਲੀਆਂ, ਉਹ ਹੋਰ ਜ਼ਿਆਦਾ ਖਰਾਬ ਕਰ ਦਿੰਦੀਆਂ ਨੇ। ਟਿਊਬਾਂ ਜਿਹੜੀਆਂ ਹੁੰਦੀਆਂ ਨੇ ਉਹ ਸਕਿਨ ਨੂੰ ਪਤਲਾ ਕਰ ਦਿੰਦੀਆਂ ਨੇ। ਅੱਛਾ ਜੀ। ਜਿਹੜੀਆਂ ਲਾਉਂਦੇ ਆਪਾਂ ਖਾਰਿਸ਼ ਵਾਸਤੇ ਲਾਉਂਦੇ ਆ ਜਾਂ ਤੱਫੜਾਂ ਵਾਸਤੇ, ਨਿਸ਼ਾਨਾਂ ਵਾਸਤੇ ਲਾਉਂਦੇ ਆ ਨਾ, ਸਕਿਨ ਪਤਲੀ ਹੋ ਜਾਂਦੀ ਹੈ। ਉਹ ਬਿਮਾਰੀ ਇੱਕ ਦਿਨ ਦੀ ਨਹੀਂ ਵੀ ਪਤਲੀ ਹੋਏਗੀ, ਕੋਈ ਨਹੀਂ ਬਾਈ ਠੀਕ ਹੋ ਜਾਊਗੀ, ਤਾਂ ਲੰਬਾ ਟਾਈਮ ਬਿਮਾਰੀ ਚੱਲਦੀ ਹੈ। ਸਟੀਰੋਇਡ ਲਾਤਾ ਤੇ ਉਹਦੇ ਜਾਨ ਹੀ ਨਹੀਂ ਰਹਿੰਦੀ ਚਮੜੀ 'ਚ। ਸੋ ਉਹ ਅਸੀਂ ਇਲਾਜ ਨਹੀਂ ਕਰ ਰਹੇ ਹੁੰਦੇ, ਅਸੀਂ ਐਵੇਂ ਟਾਈਮ ਪਾਸ ਕਰ ਰਹੇ ਹਾਂ, ਤੇ ਸਟੀਰੋਇਡ ਲੈਣ ਦੀ ਕੀ ਲੋੜ ਆ? ਬਿਲਕੁਲ ਠੀਕ ਹੈ ਜੀ। ਐਗਜ਼ੀਮਾ ਵਰਗੀਆਂ ਬਿਮਾਰੀਆਂ ਦੇ ਸੈਂਕੜੇ ਮਰੀਜ਼ਾਂ ਦੀ ਸਾਡੇ ਕੋਲੇ ਰਿਕਾਰਡ ਪਏ ਨੇ, ਉਹਨਾਂ ਦੇ ਫੋਨ ਨੰਬਰ ਪਏ ਨੇ, ਉਹਨਾਂ ਦਾ ਐਡਰੈਸ ਪਏ ਨੇ, ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਹਨੂੰ ਕੀ ਠੀਕ ਹੋਇਆ, ਕਿਹਨੂੰ ਕਿਵੇਂ ਠੀਕ ਹੋਇਆ ਜੀ। ਠੀਕ ਹੈ। ਮੌਸਮ ਸਰ ਬਹੁਤ ਜਿਵੇਂ ਬਦਲ ਰਿਹਾ ਹੈਗਾ ਹੁਣ, ਇੱਕਦਮ ਜਦੋਂ ਅਸੀਂ ਸਰਦੀਆਂ ਤੋਂ ਗਰਮੀਆਂ ਵੱਲ ਨੂੰ ਆਉਣਾ ਹੁੰਦਾ ਹੈ ਉਦੋਂ ਵੀ ਇਹ ਸਮੱਸਿਆ ਹੋ ਜਾਂਦੀ ਹੈ। ਹੁਣ ਗਰਮੀਆਂ ਤੋਂ ਸਰਦੀਆਂ ਵੱਲ ਨੂੰ ਜਾ ਰਹੇ ਹਾਂ, ਸਭ ਤੋਂ ਜ਼ਿਆਦਾ ਬੱਚੇ ਬਿਮਾਰ ਹੋ ਰਹੇ ਆ ਜੀ, ਕਿਉਂਕਿ ਖੁਦ ਤਾਂ ਅਸੀਂ ਆਪਣਾ ਖਿਆਲ ਰੱਖ ਲੈਂਦੇ, ਬੱਚੇ ਦੀ ਕੇਅਰ ਕਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ। ਬੱਚਿਆਂ ਨੂੰ ਕਿਹੋ ਜਿਹੇ ਰੋਗ ਹੋ ਜਾਂਦੇ ਨੇ ਇਸ ਮੌਸਮ ਦੇ ਵਿੱਚ, ਤੇ ਫਿਰ ਕਰਨਾ ਕੀ ਚਾਹੀਦਾ ਹੈ ਬੱਚਿਆਂ ਦੇ ਲਈ? ਅੱਜ ਕੱਲ ਇਸ ਮੌਸਮ 'ਚ ਬੱਚਿਆਂ ਨੂੰ ਛਿੱਕਾਂ ਦੀ ਪ੍ਰੋਬਲਮ ਹੈ, ਵਾਇਰਲ ਪ੍ਰੋਬਲਮ ਆਉਂਦੀ ਹੈ, ਬੁਖਾਰ ਚੜ ਜਾਂਦਾ, ਗਲਾ ਪੱਕ ਜਾਂਦਾ, ਬਿਲਕੁਲ, ਜਾਂ ਛਾਤੀ 'ਚ ਖਾਂਸੀ ਸ਼ੁਰੂ ਹੋ ਜਾਂਦੀ ਹੈ, ਰੇਸ਼ਾ ਬਣ ਜਾਂਦਾ ਹੈ। ਇਹ ਪ੍ਰੋਬਲਮ ਜ਼ਿਆਦਾ ਆਉਂਦੀਆਂ ਨੇ ਜੀ। ਔਰ ਇਹਦੇ 'ਚ ਕੀ ਹੈ ਕਿ ਬੱਚਿਆਂ ਨੂੰ ਕੀ ਕਰਨਾ ਚਾਹੀਦਾ? ਬੱਚਿਆਂ 'ਚ ਇਹ ਪ੍ਰੋਬਲਮ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਅੱਜ ਕੱਲ ਦੀਵਾਲੀ ਦਾ ਮੌਸਮ ਆ, ਮਿਠਾਈਆਂ ਬਹੁਤ ਆਉਂਦੀਆਂ ਨੇ, ਨਿਆਣੇ ਜਿਹੜੇ ਨੇ ਬਾਹਰਲੀ ਮਿਠਾਈ ਖਾ ਲੈਂਦੇ ਨੇ ਜੀ ਜ਼ਿਆਦਾ। ਜਿੰਨਾ ਮਿੱਠਾ ਖਾਣਗੇ ਉਹਨਾਂ ਦੇ ਗਲੇ ਪੱਕ ਜਾਂਦੇ ਨੇ। ਬਾਹਰ ਦੀਆਂ ਚੀਜ਼ਾਂ ਅੱਜ ਕੱਲ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਜੀ। ਕਿਉਂਕਿ ਆ 3 ਪ੍ਰੋਬਲਮਸ ਉੱਪਰ ਆ, ਸਰਦੀਆਂ, ਡਸਟ, ਪੋਲਿਊਸ਼ਨ, ਤੇ ਆਪਾਂ ਹੋਰ ਬਾਹਰਲੀਆਂ ਚੀਜ਼ਾਂ ਖਾ ਕੇ ਇਨਫੈਕਸ਼ਨ ਅੰਦਰ ਸੱਟ ਲਈ। ਸੋ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਐਟਲੀਸਟ ਇਹ 2 ਮਹੀਨੇ ਜੀ, ਤਾਂ ਕਿ ਅਸੀਂ ਬਿਮਾਰ ਨਾ ਹੋਈਏ। ਔਰ ਤੁਹਾਨੂੰ ਪਤਾ, ਜੇ ਇਨਸਾਨ ਨੂੰ ਕਰੋਨਾ ਹੋ ਜੇ ਨਾਲ, ਠੀਕ ਹੈ ਜੀ, ਔਰ ਕਰੋਨਾ ਦੇ ਨਾਲ ਇਹ ਛਾਤੀ ਦੀ ਵਾਇਰਲ ਪ੍ਰੋਬਲਮਸ ਆ ਜਾਏ ਤੇ ਫਿਰ ਬਚਣਾ ਬਹੁਤ ਔਖਾ ਹੋ ਜਾਂਦਾ। ਅੱਛਾ ਜੀ। ਸੋ ਇਸ ਕਰਕੇ ਇਹਦਾ ਬਚਾਅ ਰੱਖਣਾ ਚਾਹੀਦਾ ਜ਼ਰੂਰ। ਬਿਲਕੁਲ 2 ਮਹੀਨੇ ਦਾ ਸਪੈਸ਼ਲੀ ਬਚਾਅ ਰੱਖੋ। ਜੀ 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 ਬਿਲਕੁਲ। ਤੁਹਾਡੇ ਇੱਕ ਪ੍ਰੋਡਕਟ ਦਾ ਬੜਾ ਨਾਮ ਸੁਣਿਆ ਬੱਚਿਆਂ ਦੇ ਲਈ, ਉਹਦੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਬੱਚਿਆਂ ਲਈ ਵੀ ਹੈ, ਵੱਡਿਆਂ ਲਈ ਵੀ ਪ੍ਰੋਡਕਟ ਹੈਗਾ। ਉਹ ਹੈਗਾ ਇਮਿਊਨਿਟੀ ਪ੍ਰਾਸ਼ ਹੈ, ਇਮਿਊਨਿਟੀ ਵਧਾਉਣ ਲਈ, ਸਪੈਸ਼ਲੀ ਇਮਿਊਨਿਟੀ ਨੱਕ ਦੀ ਤੇ ਫੇਫੜਿਆਂ ਦੀ ਇਮਿਊਨਿਟੀ ਵਾਸਤੇ ਆ। ਯਾਨੀ ਜਿਹਦੇ ਛਾਤੀ 'ਚ ਸੀਟੀਆਂ ਦੀ ਆਵਾਜ਼ ਆਉਂਦੀ ਹੈ, ਜਾਂ ਬੰਦਾ ਰੋਜ਼ ਖਾਂਦਾ ਰਵੇ, ਜਿੱਦਾਂ ਚਵਨਪ੍ਰਾਸ਼ ਹੁੰਦਾ ਨਾ, ਚਵਨਪ੍ਰਾਸ਼ ਤਾਂ ਇੱਕ ਆਮਲਿਆਂ ਦਾ ਬਣਾਇਆ ਹੁੰਦਾ, ਬਹੁਤ ਥੋੜੀਆਂ ਜੜੀ ਬੂਟੀਆਂ ਹੁੰਦੀਆਂ। ਇਹ ਸਪੈਸ਼ਲੀ ਚਵਨਪ੍ਰਾਸ਼ ਜਿਹੜਾ ਆ, ਇਮਿਊਨਿਟੀ ਪ੍ਰਾਸ਼ ਇਹਨੂੰ ਕਹਿੰਦੇ ਆ, ਇਹ ਸਪੈਸ਼ਲੀ ਫੇਫੜਿਆਂ ਵਾਸਤੇ ਆ, ਫੇਫੜਿਆਂ ਦੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਆ, ਨੱਕ ਦੀ ਇਮਿਊਨਿਟੀ ਨੂੰ, ਗਲੇ ਦੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਆ, ਤਾਂ ਕਿ ਆਹ ਜਿਹੜਾ ਸੰਕਰਮਣ ਹੁੰਦਾ ਹੈ, ਵਾਇਰਲ ਇਨਫੈਕਸ਼ਨਸ ਹੁੰਦੀਆਂ, ਬੈਕਟੀਰੀਅਲ ਇਨਫੈਕਸ਼ਨਸ ਹੁੰਦੀਆਂ, ਜਾਂ ਐਲਰਜੀ ਹੁੰਦੀ ਹੈ, ਉਹ ਤੋਂ ਬੰਦਾ ਬਚਿਆ ਰਹਿੰਦਾ ਉਹਦੇ ਲਈ ਜੀ। ਇਹ ਬਹੁਤ ਸਾਡਾ ਮਤਲਬ ਲੋਕ ਲੈ ਕੇ ਜਾਂਦੇ ਸਾਡੇ ਕੋਲੋਂ, ਔਰ ਬਹੁਤ ਸਾਨੂੰ ਉਹਦੇ ਰਿਵਿਊਜ਼ ਬਹੁਤ ਹੀ ਵਧੀਆ ਆਏ ਨੇ, ਕਮੈਂਟ ਆਉਂਦੇ ਲੋਕਾਂ ਦੇ ਕਿ ਇਹ ਪਰਫੈਕਟ ਚੀਜ਼ ਹੈ। ਕਿਉਂਕਿ ਕਈ ਤਾਂ ਇਹ ਕਹਿੰਦੇ ਕਿ ਵੀ ਕਰੋਨਾ ਵਿੱਚ ਵੀ ਲੋਕਾਂ ਨੇ ਇਹਨੂੰ ਯੂਜ਼ ਕੀਤਾ ਸੀ, ਇਹਦੇ 'ਚ ਕਹਿੰਦੇ ਵੀ ਇਹ ਮੂੰਹ 'ਚ ਪਾਉਂਦੇ ਗਏ ਤੇ ਸਾਹ ਆਉਂਦਾ ਗਿਆ, ਐ ਵੀ ਲੋਕ ਕਈ ਦੱਸਦੇ ਨੇ। ਅਸੀਂ ਇਹ ਤੋਂ ਬਹੁਤ ਖੁਸ਼ ਹਾਂ। ਇਹਨੂੰ ਇਮਿਊਨਿਟੀ ਪ੍ਰਾਸ਼ ਹੈਗਾ, ਕੋਈ ਵੀ ਬੰਦਾ ਮੰਗਵਾ ਸਕਦਾ, ਬੜਾ ਸਸਤਾ ਆ। ਇਹਦੇ 'ਚ ਨੈਚੁਰਲ ਵਿਟਾਮਿਨ ਸੀ ਵੀ ਹੈ, ਕੋਈ ਇਹਦੇ 'ਚ ਕੈਮੀਕਲ ਨਹੀਂ ਹੈ, ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਔਰ ਅਸੀਂ ਲੋਕਾਂ ਨੂੰ ਇਹ ਖੁੱਲੀ ਛੁੱਟ ਦਿੱਤੀ ਹੋਈ ਹੈ, ਤੁਸੀਂ ਖੋਲ ਲਓ ਡੱਬੀ, ਖਾ ਲਓ, ਜੇ ਫਿਰ ਪਸੰਦ ਨਹੀਂ ਆਉਂਦਾ ਤੁਹਾਨੂੰ ਵਾਪਸ ਕਰ ਦਿਓ, ਪੈਸੇ ਵਾਪਸ ਉਸ ਵੇਲੇ 1 ਘੰਟੇ ਤੁਹਾਡੇ ਖਾਤੇ 'ਚ ਪੈਸੇ ਪਹੁੰਚ ਜਾਣਗੇ। ਅਸੀਂ ਲੋਕਾਂ ਨੂੰ ਇਹ ਕਹਿੰਦੇ ਆ, ਕਿਉਂਕਿ ਸਾਨੂੰ ਪਤਾ ਇਹ ਇੰਨਾ ਇਫੈਕਟ ਆ। ਇੱਕ ਜਿਹੜਾ ਬੰਦਾ ਖਾ ਲੈਂਦਾ ਨਾ, ਤੇ ਉਹ ਕਈਆਂ ਨੂੰ ਰეკਮੈਂਡ ਕਰਦਾ ਜੀ 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 ਜੀ। ਤੇ ਕਈ ਜਿਹੜੇ ਬਾਹਰੋਂ ਆਉਂਦੇ, ਉਹ ਤਾਂ ਵੱਡਾ ਡੱਬਾ ਭਰ ਕੇ ਲੈ ਜਾਂਦੇ ਸਾਡੇ ਕੋਲੋਂ ਬਾਹਰ ਵਾਸਤੇ, ਵੀ ਅਸੀਂ ਉੱਥੇ ਜਾ ਕੇ ਇਹ ਯੂਜ਼ ਕਰਾਂਗੇ। ਸਰ ਇੱਕ ਅੱਜ ਕੱਲ ਇਹ ਬਹੁਤ ਹੋ ਗਿਆ ਵੀ ਜਦੋਂ ਵੀ ਕੋਈ ਨਵੀਂ ਕੰਪਨੀ ਲਾਂਚ ਹੁੰਦੀ ਹੈ, ਉਹ ਸਾਨੂੰ ਇਹ ਕਹਿ ਦਿੰਦੀ ਹੈ ਵੀ ਇਹ ਜੀ ਬੜੇ ਕੁਦਰਤੀ ਤਰੀਕੇ ਨਾਲ ਪ੍ਰੋਡਕਟਸ ਬਣੇ ਹੋਏ ਨੇ, ਚਾਹੇ ਉਹ ਸਾਬਣ ਨੇ, ਤੇਲ ਹੈ, ਟਿਊਬਸ ਨੇ, ਕੁਝ ਵੀ ਹੈਗਾ, ਉਹ ਕਿੰਨੇ ਕੁ ਫਾਇਦੇਮੰਦ ਹੁੰਦੇ ਨੇ? ਜਿੰਨੇ ਵੀ ਡੇਲੀ ਯੂਜ਼ ਵਾਲੀਆਂ ਚੀਜ਼ਾਂ, ਜਿਵੇਂ ਸ਼ੈਂਪੂ ਹੈ, ਹੇਅਰ ਆਇਲ ਹੈ ਜੀ, ਹੇਅਰ ਆਇਲ ਤਾਂ ਨਹੀਂ, ਸ਼ੈਂਪੂ ਕਹਿ ਸਕਦੇ ਹਾਂ, ਸ਼ੈਂਪੂ ਹੋ ਗਿਆ, ਕਰੀਮਾਂ ਹੋ ਗਈਆਂ, ਜਿੰਨੀਆਂ ਵੀ ਡਿੱਬੇ ਵਿੱਚ ਆਉਂਦੀਆਂ ਪੈਕਟ 'ਚ, ਜਿਹਦੇ ਉੱਪਰ ਆਰਗੈਨਿਕ ਲਿਖਿਆ ਹੁੰਦਾ,
ਪਰ ਆਰਗੈਨਿਕ ਨਹੀਂ ਹੁੰਦੀਆਂ ਪੂਰੀ ਤਰ੍ਹਾਂ ਨਾਲ। ਆਰਗੈਨਿਕ ਦਾ ਇੱਕ ਛਿੱਟਾ ਮਾੜਾ ਜਿਹਾ ਪਾਇਆ ਹੁੰਦਾ ਤਾਂ ਉਹਦਾ ਨਾਂ ਆਰਗੈਨਿਕ ਲਿਖ ਦਿੰਦੇ ਨੇ, ਕਿਉਂਕਿ ਇਹ ਅਲਾਉਡ ਹੈ ਲਿਖਣਾ, ਸਰਕਾਰ ਬਿਜ਼ਨਸ ਨੂੰ ਵਧਾਉਣ ਵਾਸਤੇ ਅਲਾਉ ਕਰ ਰਹੀ ਹੈ, ਪਰ ਉਹਦੇ ਚ ਮੋਸਟ ਆਫ ਦਾ ਟਾਈਮਸ ਉਹਨਾਂ ਚ ਕੈਮੀਕਲਸ ਹੁੰਦੇ ਹੀ ਹੁੰਦੇ ਆ। ਓਕੇ, ਮਤਲਬ ਇੱਕ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੋ ਜਾਂਦੀ ਹੈ ਕਿ ਵੀ ਅਸੀਂ ਆਰਗੈਨਿਕ ਲਿਖਿਆ ਤੇ ਅੰਦਰ ਕੈਮੀਕਲ, ਚੈੱਕ ਕਰ ਲਓ ਵਿੱਚ ਕੈਮੀਕਲ ਜ਼ਰੂਰ ਹੋਣਗੇ। ਦੇਖੋ ਆਯੁਰਵੇਦ ਤਾਂ ਇਹ ਕਹਿੰਦਾ, ਪ੍ਰਾਕਿਰਤਿਕ ਚਿਕਿਤਸਾ ਤੇ ਆਯੁਰਵੇਦ ਇਹ ਕਹਿੰਦਾ ਹੈ ਕਿ ਕੁਦਰਤੀ ਚੀਜ਼ਾਂ ਨੂੰ ਸਿੱਧੇ ਫਾਰਮ 'ਚ ਯੂਜ਼ ਕੀਤਾ ਜਾਵੇ, ਡਾਇਰੈਕਟ ਫਾਰਮ 'ਚ। ਸਿਰ ਧੋਣਾ ਤਾਂ ਦਹੀਂ ਨਾਲ ਧੋਵੋ, ਦਹੀਂ ਤੇ ਨਿੰਬੂ ਨਿਚੋੜ ਲਓ ਵਿੱਚ, ਉਹ ਵਾਲਾਂ 'ਚ ਲਗਾ ਕੇ ਰੱਖ ਲਓ, ਡਾਇਰੈਕਟ ਫਾਰਮ, ਕੁਦਰਤੀ ਫਾਰਮ ਦੀ, ਉਹਦੇ ਨਾਲ ਧੋਵੋ ਜੀ, ਠੀਕ ਹੈ। ਫਿਰ ਦੇਖਿਓ ਤੁਹਾਨੂੰ ਕਿੰਨਾ ਵਾਲਾਂ ਦੀ ਸਟਰੈਂਥ ਵਿੱਚ, ਮਜ਼ਬੂਤੀ 'ਚ, ਝੜਨ ਵਿੱਚ ਕਿੰਨਾ ਫਰਕ ਲੱਗਦਾ। ਓਕੇ, ਕਰੀਮਸ ਨਾ ਲਾਓ, ਕਰੀਮਸ ਜਿਹੜੀਆਂ ਜਿੰਨੀਆਂ ਵੀ ਕਰੀਮਸ ਆਉਂਦੀਆਂ ਨੇ ਮਾਰਕੀਟ ਵਿੱਚ 100% ਆਰਗੈਨਿਕ ਨਹੀਂ ਹੁੰਦੀਆਂ, ਠੀਕ ਹੈ। ਸੋ ਉਹ ਵੀ ਕਰੀਮਾਂ ਜਿਹੜੀਆਂ ਨੇ ਆਯੁਰਵੇਦ ਦੇ ਮੁਤਾਬਕ ਨਹੀਂ ਲਾਉਣੀਆਂ ਚਾਹੀਦੀਆਂ ਜੀ। ਘਰ ਵਿੱਚ ਜਿਹੜਾ ਹੈਗਾ ਨਾਰੀਅਲ ਦਾ ਤੇਲ ਲਾ ਲਓ, ਠੀਕ ਹੈ। ਹੁਣ ਤੁਸੀਂ ਜਿੰਨੀ ਵੀ ਕਾਸਮੈਟਿਕਸ ਯੂਜ਼ ਕਰਦੇ ਹੋ, ਕੈਮੀਕਲ ਲੇਡੀਜ਼ ਯੂਜ਼ ਕਰਦੀਆਂ, ਉਹਨਾਂ ਦਾ ਫੇਸ ਦੇ ਉੱਪਰ ਲਗਾ ਕੇ ਸੋਹਣੇ ਬਣਨ ਦੀ ਕੋਸ਼ਿਸ਼ ਕਰਦੇ ਆ, ਬਣ ਵੀ ਜਾਂਦੇ ਆ, ਲੇਕਿਨ ਕੁਝ ਸਾਲਾਂ ਬਾਅਦ ਉਹਨਾਂ ਦੀ ਜਿਹੜੀ ਉਹਦੇ ਨਾਲ ਕੋਲੇਜਨ ਅੰਦਰ ਆ ਚਮੜੀ ਦੇ ਥੱਲੇ, ਜਿਹੜੀ ਕੋਲੇਜਨ ਫੇਸ ਨੂੰ ਟਾਈਟ ਰੱਖਦੀ ਆ, ਬਿਲਕੁਲ, ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ, ਸਕਿਨ ਦੀ ਝੁਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜੀ ਜੀ ਜੀ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ। ਕਦੇ ਕਦੇ ਜਾਣਾ ਫੰਕਸ਼ਨ ਤੇ, ਕਦੇ ਲਗਾ ਲਓ, ਅਦਰਵਾਈਜ਼ ਕੁਦਰਤੀ ਗਲੋ ਲੈ ਕੇ ਆਓ ਅੰਦਰੋਂ, ਖੁਸ਼ ਰਹੋ, ਕੁਦਰਤੀ ਚੀਜ਼ਾਂ ਲਾਓ। ਚਮੜੀ ਦੇ ਉੱਪਰ ਤੁਸੀਂ ਦਹੀਂ ਨਾਲ ਤੇ ਸਰੋਂ ਦੇ ਤੇਲ ਨਾਲ ਮਲ ਕੇ ਨਹਾ ਸਕਦੇ ਹੋ ਜੀ, ਇਹ ਸਭ ਤੋਂ ਵਧੀਆ ਖੁਰਾਕ ਹੈ ਚਮੜੀ ਦੀ। ਬਿਲਕੁਲ, ਕਰੀਮਾਂ ਲਾਉਣ ਦੀ ਬਜਾਏ ਤੁਸੀਂ ਗਰੀ ਦਾ ਤੇਲ ਸਰੀਰ ਦੇ ਉੱਪਰ ਲਾਓ ਜੀ, ਉਹ ਜ਼ਿਆਦਾ ਫਾਇਦੇਮੰਦ ਹੈ। ਸੋ ਸਰ, ਇਹ ਸਾਰੀਆਂ ਗੱਲਾਂ ਤਾਂ ਹੋ ਗਈਆਂ, ਦਰਸ਼ਕਾਂ ਨੇ ਬਹੁਤ ਸੋਹਣੀ ਜਾਣਕਾਰੀ ਤੁਹਾਡੇ ਤੋਂ ਲੈ ਲਈ ਹੈ, ਪਰ ਤੁਹਾਡੇ ਤੱਕ ਪਹੁੰਚ ਕਰਨ ਦੇ ਲਈ ਕਿਹੜੇ-ਕਿਹੜੇ ਜ਼ਰੀਏ ਨੇ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ। ਤੁਸੀਂ ਫੋਨ ਕਰ ਸਕਦੇ ਹੋ ਸਾਡੇ ਕੋਲੇ, ਸਾਡੀ ਕਲੀਨਿਕਸ ਤੇ ਆ ਸਕਦੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗੇ। ਅੱਜ ਕੱਲ ਆਨਲਾਈਨ ਕੰਸਲਟੇਸ਼ਨ ਚੱਲ ਰਹੀ ਹੈ ਜ਼ਿਆਦਾ, ਪੇਸ਼ੈਂਟ ਜਿਹੜੇ ਨੇ ਉਹ ਦੂਰੋਂ ਜ਼ਿਆਦਾ ਨਹੀਂ ਆ ਰਹੇ ਸਾਡੇ ਕੋਲ। ਪੇਸ਼ੈਂਟ ਜਿੱਦਾਂ ਹੁਣ ਬੰਬੇ ਵਗੈਰਾ ਤੋਂ ਜਾਂ ਬਾਹਰਲੀਆਂ ਸਟੇਟਸ ਤੋਂ ਆਉਂਦੇ ਸੀ, ਕਿਉਂਕਿ ਸਾਡਾ ਮੇਨ ਐਲਰਜੀ ਦਾ ਕੰਮ ਹੈ। ਐਲਰਜੀ ਵਾਸਤੇ ਸਾਡੇ ਪੁਰਾਣੇ 20 ਸਾਲ ਦੇ ਪੇਸ਼ੈਂਟ ਲੱਗੇ ਹੋਏ ਨੇ, ਉਹ ਅੱਗੇ ਦੇ ਅੱਗੇ ਦੱਸਦੇ ਆ, ਫਿਰ ਉਹ ਆਉਂਦੇ ਆ। ਹੁਣ ਉਹ ਲੋਕ ਜਿਹੜੇ ਬਹੁਤ ਦੂਰੋਂ ਵਾਲੇ ਆ, ਉਹ ਕੀ ਕਰ ਰਹੇ ਨੇ, ਫੋਨ ਤੇ ਸਾਡੇ ਕੋਲ ਦਵਾਈ ਲਿਖਵਾ ਕੇ ਅਸੀਂ ਉਹਨੂੰ ਫਿਰ ਦਵਾਈ ਘਰ ਭੇਜ ਰਹੇ ਉਹਨਾਂ ਦੇ। ਜ਼ਿਆਦਾਤਰ ਲੋਕ ਇਹ ਕਰ ਰਹੇ ਆ, ਲੇਕਿਨ ਪੰਜਾਬ ਦੇ ਲੋਕ ਆ ਉਹ ਤਾਂ ਸਾਡੇ ਕੋਲ ਆ ਵੀ ਸਕਦੇ ਨੇ, ਜਲੰਧਰ ਆ ਸਕਦੇ, ਬਠਿੰਡੇ ਆ ਸਕਦੇ, ਪਟਿਆਲੇ ਆ ਸਕਦੇ ਨੇ ਕਲੀਨਿਕ 'ਚ, ਕਰਨਾਲ ਆ ਸਕਦੇ ਨੇ, ਦਿੱਲੀ ਆ ਸਕਦੇ ਨੇ, ਸਾਰੀਆਂ ਜਗ੍ਹਾ ਦੇ ਕਲੀਨਿਕਸ ਹੈਗੀਆਂ ਨੇ, ਆ ਸਕਦੇ ਆ, ਜਾਂ ਫੋਨ ਤੇ ਤੁਸੀਂ ਦਵਾਈ ਮੰਗਵਾ ਸਕਦੇ ਹੋ ਕੋਈ ਵੀ। ਓਕੇ ਡਾਕਟਰ ਜੀ, ਸਾਰੀ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ। ਸੋ ਡਾਕਟਰ ਸਾਹਿਬ ਨਾਲ ਗੱਲ ਕਰਦੇ ਕਰਦੇ ਮੈਨੂੰ ਗੱਲ ਯਾਦ ਆ ਰਹੀ ਸੀ ਵੀ ਮੇਰੇ ਨਾਨੀ ਜੀ ਜਿਹੜੇ ਸੀਗੇ ਉਹ ਹਰ ਰਾਤ ਔਰ ਦਿਨ ਵੇਲੇ ਵੀ ਨੱਕ 'ਚ ਤੇਲ ਪਾ ਕੇ ਔਰ ਸਾਰੇ ਸਰੀਰ ਨੂੰ ਤੇਲ ਲਗਾ ਕੇ, ਖਾਸ ਕਰ ਧੁੰਨੀ 'ਚ ਤੇਲ ਲਾ ਕੇ ਸੌਂਦੇ ਸੀ, ਤੇ ਨਾਨਾ ਜੀ ਕਹਿੰਦੇ ਸੀ ਵੀ 1 ਬੋਤਲ ਤਾਂ ਇਹਦੇ ਸਰੀਰ ਲਈ ਚਾਹੀਦੀ ਆ ਤੇ ਬਾਕੀ 2 ਬੋਤਲਾਂ ਘਰ ਦੇ ਬਾਕੀ ਖਾਣੇ ਦੇ ਲਈ। ਸੋ ਉਹੀ ਗੱਲਾਂ ਸਾਨੂੰ ਆਪਣੇ ਦਾਦੀ, ਆਪਣੇ ਨਾਨੀ, ਸਾਡੇ ਬਜ਼ੁਰਗਾਂ ਤੋਂ ਸਿੱਖਣੀਆਂ ਚਾਹੀਦੀਆਂ ਕਿ ਉਹ ਪੁਰਾਣੇ ਇਲਾਜ ਜਿਹੜੇ ਆ ਉਹ ਸਭ ਤੋਂ ਬੈਟਰ ਸੀਗੇ। ਬਾਕੀ ਤੁਸੀਂ ਅੱਖਰ ਦੇ ਨਾਲ ਇਸ ਤਰ੍ਹਾਂ ਹੀ ਜੁੜੇ ਰਹਿਣਾ ਹੈ। ਤੁਹਾਡੇ ਜਿੰਨੇ ਵੀ ਕਮੈਂਟਸ ਆਉਂਦੇ ਨੇ ਉਸ ਹਿਸਾਬ ਨਾਲ ਅਸੀਂ ਟੌਪਿਕਸ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਹਾਂ। ਸੋ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।